हाँ जी 6A ਐਕਸਰਸਾਈਜ਼ ਓਸੀਲੇਸ਼ਨਸ। ਓਸੀਲੇਸ਼ਨ ਕੀ ਹੁੰਦੀ ਆ, ਜਿਹੜੀ ਕੋਈ ਵੀ ਚੀਜ਼ ਵੈਬਰੇਟ ਕਰਦੀ ਆ, ਠੀਕ ਆ, ਉਹਨੂੰ ਆਪਾਂ ਫਰੀ ਵੈਬਰੇਸ਼ਨ ਵੀ ਕਹਿ ਦਿੰਦੇ ਹਾਂ ਅਤੇ ਓਸੀਲੇਸ਼ਨ ਵੀ ਕਹਿ ਦਿੰਦੇ ਹਾਂ। ਉਹੀ ਤੁਹਾਡਾ ਫਸਟ ਲਾਈਨ ਦੇ ਵਿੱਚ ਲਿਖਿਆ ਹੋਇਆ ਗਾ। ਕਹਿੰਦੇ ਮੋਸਟ ਲੈਂਗੁਏਜ ਦੇ ਵਿੱਚ ਆਪਾਂ ਇਹਨੂੰ ਕੀ ਕਹਿੰਦੇ ਆ, ਹਾਰਮੋਨਿਕ ਓਸੀਲੇਸ਼ਨ ਕਿਹਾ ਜਾਂਦਾ ਗਾ। ਇਹਦੇ ਵਿੱਚ ਕੀ ਹੋਇਆ ਕਰੂਗਾ, ਤੁਹਾਡੇ ਕੋਲ ਐਮ ਮਾਸ ਹੋਇਆ ਕਰੂਗਾ, ਫੋਰਸ ਹੋਇਆ ਕਰੂਗੀ, ਵੇਰੀ ਕਰਿਆ ਕਰੂਗੀ ਇਹ ਕਿਸੇ ਫਿਕਸ ਲਾਈਨ ਦੇ ਵਿੱਚ, ਫਿਕਸ ਪੁਆਇੰਟ ਤੋਂ, ਅਤੇ ਇਹਦਾ ਡਿਸਟੈਂਸ ਹੋਇਆ ਕਰੇਗਾ, ਠੀਕ ਹੈ। ਅਗਰ ਤਾਂ ਤੁਹਾਡੀ ਜਿਹੜੀ ਬਾਡੀ ਦਾ ਮਾਸ ਐਮ ਆ, ਸਪਰਿੰਗ ਦੇ ਵਿੱਚ ਕੀ ਹੈ, ਇਹ ਮੂਵ ਕਰ ਰਹੀ ਆ, ਫੋਰਸ ਆਪਣੇ ਕੋਲ ਕੌਨਸਟੈਂਟ ਕੇ ਆ, ਮੂਵ ਕਰ ਰਹੀ ਹੈ ਕਹਿੰਦੇ ਫ੍ਰਿਕਸ਼ਨੈਸ ਹੌਰੀਜ਼ੌਂਟਲ ਸਰਫੇਸ ਦੇ ਵਿੱਚ। ਅਗਰ ਤਾਂ ਇਹਦੇ ਵਿੱਚ ਜਿਵੇਂ ਫਸਟ ਕੰਡੀਸ਼ਨ ਆ, ਦੇਖੋ ਆਪਣਾ ਕੀ ਆ, ਵੈਬਰੇਟ ਤਾਂ ਹੋ ਰਹੀ ਆ ਕੰਡੀਸ਼ਨ, ਬਟ ਇੱਧਰਲੀ ਸਾਈਡ ਤੋਂ ਆਪਣੇ ਤੋਂ ਕੋਈ ਰਿਐਕਸ਼ਨ ਨਹੀਂ ਹੋ ਰਿਹਾ ਗਾ। ਜਦੋਂ ਇਹ ਕੰਡੀਸ਼ਨ ਹੋਵੇ ਤਾਂ ਆਪਣੀ ਇਕੁਏਸ਼ਨ ਕੀ ਹੁੰਦੀ ਹੈ, ਇਕੁਇਲੀਬਰੀਅਮ ਕੰਡੀਸ਼ਨ ਦੇ ਵਿੱਚ ਹੁੰਦੀ ਹੈ, ਅਤੇ ਇਹਦੇ ਉੱਪਰ ਕੋਈ ਵੀ ਫੋਰਸ ਵਰਕ ਨਹੀਂ ਕਰਦੀ ਗੀ। ਜੇ ਦੂਸਰੀ ਸਾਈਡ ਤੋਂ ਵੀ ਕੋਈ ਫੋਰਸ ਲੱਗਦੀ ਆ, ਠੀਕ ਹੈ, ਲੈਫਟ ਤੋਂ ਵੀ ਜਿਵੇਂ ਇਹਦੇ 'ਚ ਫੋਰਸ ਲੱਗ ਰਹੀ ਆ, ਦੈਨ ਤੁਹਾਡਾ ਐਫ ਕਿਹਦੇ ਬਰਾਬਰ ਹੋਇਆ ਕਰੂਗਾ, ਮਾਈਨਸ ਕੇ ਐਕਸ ਦੇ। ਜੇ ਇਕੁਇਲੀਬਰੀਅਮ ਕੰਡੀਸ਼ਨ ਹੋਇਆ ਕਰੂਗੀ ਤਾਂ ਤੁਹਾਡੇ ਕੋਲ ਐਫ ਕਿਹਦੇ ਬਰਾਬਰ ਹੋਇਆ ਕਰੂਗਾ, ਪੋਜ਼ੀਟਿਵ ਕੇ ਐਕਸ। ਇਕੁਇਲੀਬਰੀਅਮ ਕੰਡੀਸ਼ਨ ਦੇ ਵਿੱਚ ਤੁਹਾਡਾ ਐਫ ਕਿਸ ਦੇ ਬਰਾਬਰ ਹੋਇਆ ਕਰੂਗਾ, ਪੋਜ਼ੀਟਿਵ ਕੇ ਐਕਸ ਦੇ। ਅਗਰ ਦੂਸਰੀ ਸਾਈਡ ਤੋਂ ਕੋਈ ਵੀ ਫੋਰਸ ਲੱਗੇਗੀ ਤਾਂ ਤੁਹਾਡਾ ਐਫ ਮਾਈਨਸ ਕੇ ਐਕਸ ਦੇ ਬਰਾਬਰ ਹੋਇਆ ਕਰੇਗਾ, ਠੀਕ ਹੈ। ਸਿਮਿਲਰਲੀ ਇਹਦੇ 'ਚ ਰਾਈਟ ਸਾਈਡ ਤੋਂ ਲੱਗ ਰਹੀ ਹੈ ਤਾਂ ਇਹਦੇ ਵਿੱਚ ਵੀ ਕੀ ਹੋਊਗਾ, ਤੁਹਾਡਾ ਐਫ ਮਾਈਨਸ ਕੇ ਐਕਸ ਦੇ ਬਰਾਬਰ ਹੋਊਗਾ, ਠੀਕ ਹੈ। ਈਚ ਕੇਸ ਦੇ ਵਿੱਚ ਕਹਿੰਦੇ ਫੋਰਸ ਐਕਟ ਕਰੂਗੀ ਪਾਰਟੀਕਲ ਦੇ ਉੱਪਰ, ਠੀਕ ਹੈ। ਤਾਂ ਉਦੋਂ ਬਾਅਦ ਤੁਸੀਂ ਇਕੁਏਸ਼ਨ ਲਿਖੋਗੇ ਮੋਸ਼ਨ ਦੀ, ਇਹ ਤੁਸੀਂ ਯਾਦ ਰੱਖਣੀ ਆ। ਹਾਰਮੋਨਿਕ ਓਸੀਲੇਸ਼ਨ ਦੀ ਇਕੁਏਸ਼ਨ ਕੀ ਹੋਇਆ ਕਰੂਗੀ, ਐਮ ਸੈਕਿੰਡ ਡੈਰੀਵੇਟਿਵ ਐਕਸ ਦਾ ਇਕੁਅਲ ਟੂ ਮਾਈਨਸ ਕੇ ਐਕਸ। ਇਹਨੂੰ ਜਦੋਂ ਸੋਲਵ ਕਰੋਗੇ, ਸੋਲਵ ਕਰਨ ਤੋਂ ਬਾਅਦ ਇੱਥੋਂ ਤੱਕ ਪਹੁੰਚ ਜਾਓਗੇ, ਕੇ ਬਟਾ ਐਮ ਨੂੰ ਤੁਸੀਂ ਕੀ ਪੁੱਟ ਕਰ ਦਿਆ ਕਰੋਗੇ, ਡਬਲਯੂ ਨੋਟ ਦਾ ਸਕੇਅਰ। ਇਹ ਪੁੱਟ ਕੀਤਾ ਹੋਇਆ ਗਾ, ਇੱਥੇ ਕੁਛ ਨਹੀਂ ਕੀਤਾ ਹੋਇਆ ਗਾ। ਨੈਕਸਟ ਕੀ ਕੀਤਾ ਗਾ, ਆਪਾਂ ਪਿੱਛੇ ਪਹਿਲਾਂ ਵਾਲੇ ਮੈਥ ਦੇ ਵਿੱਚ ਆਪਾਂ ਕਰ ਚੁੱਕੇ ਹਾਂ, ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਆਪਾਂ ਇਹਨੂੰ ਕੀ ਹੈ, ਡੀ ਦੇ ਵਿੱਚ ਚੇਂਜ ਕਰ ਲੈਂਦੇ ਸੀਗੇ, ਠੀਕ ਹੈ। ਡੀ 'ਚ ਚੇਂਜ ਕਰ ਲਿਆ, ਉਦੋਂ ਬਾਅਦ ਆਪਾਂ ਡੀ ਦੇ ਰੂਟ ਕੱਢ ਲੈਂਦੇ ਹੁੰਦੇ ਸੀਗੇ, ਡੀ ਦੀਆਂ ਦੋ ਵੈਲਿਊਜ਼ ਕੱਢ ਲੈਂਦੇ ਸੀ, ਐਂਡ ਇਹਦਾ ਕੰਪਲੀਟ ਸਲਿਊਸ਼ਨ ਕੱਢ ਲੈਂਦੇ ਸੀ। ਕੰਪਲੀਟ ਸਲਿਊਸ਼ਨ ਕੱਢਣ ਤੋਂ ਬਾਅਦ ਆਪਣੇ ਕੋਲ ਏ ਅਤੇ ਬੀ ਦੋ ਕੌਨਸਟੈਂਟ ਟਰਮਾਂ ਐਡ ਹੋ ਜਾਂਦੀਆਂ ਸੀ। ਤਾਂ ਏ ਦੀ ਵੈਲਿਊ ਤੁਸੀਂ ਆਪਦੇ ਕੋਲੋਂ ਲੈਟ ਕਰੋਗੇ, ਇਹ ਲੈਟ ਕੀਤੀ ਹੋਈ ਹੈ, ਯਾਦ ਰੱਖਣੀ ਹੈ। ਏ ਨੂੰ ਆਹੀ ਚੀਜ਼ ਪੁੱਟ ਕਰਨੀ ਹੈ, ਬੀ ਨੂੰ ਵੀ ਏ ਨਾਟ ਸਾਈਨ ਫਾਈ ਪੁੱਟ ਕਰਨਾ ਗਾ। ਨੈਕਸਟ ਜਦੋਂ ਏ ਦਾ ਸਕੇਅਰ ਕਰੋਗੇ, ਬੀ ਦਾ ਸਕੇਅਰ ਕਰੋਗੇ, ਦੋਨਾਂ ਨੂੰ ਪਲੱਸ ਕਰੋਗੇ, ਤਾਂ ਦੂਸਰੀ ਸਾਈਡ ਜਾ ਕੇ ਵੀ ਤੁਹਾਡੇ ਕੋਲ ਕੀ ਹੋ ਜਾਊਗਾ, ਇੱਥੇ ਏ ਦਾ ਸਕੇਅਰ ਕੀਤਾ ਪਲੱਸ ਬੀ ਦਾ ਸਕੇਅਰ ਕੀਤਾ, ਦੂਜੀ ਸਾਈਡ ਵੀ ਕਰੋਗੇ ਏ ਨਾਟ ਦਾ ਸਕੇਅਰ ਕੋਸ ਦਾ ਸਕੇਅਰ ਫਾਈ ਪਲੱਸ ਏ ਨਾਟ ਦਾ ਸਕੇਅਰ ਸਾਈਨ ਦਾ ਸਕੇਅਰ ਫਾਈ, ਠੀਕ ਹੈ। ਏ ਨਾਟ ਦੋਨਾਂ ਦੇ ਵਿੱਚੋਂ ਕਾਮਨ ਬਾਹਰ ਕੱਢ ਲਓਗੇ, ਸਾਈਨ ਸਕੇਅਰ ਪਲੱਸ ਕੋਸ ਸਕੇਅਰ ਦੀ ਵੈਲਿਊ 1, ਮਤਲਬ ਤੁਹਾਡਾ ਏ ਸਕੇਅਰ ਪਲੱਸ ਬੀ ਸਕੇਅਰ ਇਕੁਅਲ ਟੂ ਏ ਨਾਟ ਸਕੇਅਰ ਦੇ ਬਰਾਬਰ ਰਹਿ ਜੂਗਾ। ਏ ਨਾਟ ਦੀ ਤੁਸੀਂ ਵੈਲਿਊ ਕੱਢ ਲਈ, ਉੱਥੋਂ ਤੁਹਾਡੇ ਕੋਲ ਕੋਸ ਫਾਈ ਅਤੇ ਸਾਈਨ ਬਾਈ ਦੀ ਵੈਲਿਊ ਨਿਕਲ ਆਈ। ਸਾਰੀਆਂ ਏ ਅਤੇ ਬੀ ਦੀਆਂ ਵੈਲਿਊਸ ਆਪਾਂ ਇਕੁਏਸ਼ਨ 2 ਦੇ ਵਿੱਚ ਕੀ ਆ, ਪੁੱਟ ਕਰਤੀਆਂ। ਇੱਥੋਂ ਦੇਖੋ ਆਪਣੇ ਕੋਲ ਐਕਸ ਫੰਕਸ਼ਨ ਇਸ ਦੇ ਬਰਾਬਰ ਆ ਗਿਆ। ਨਾਓ ਆਪਾਂ ਨੂੰ ਕੋਸ ਦੀ ਰੇਂਜ ਪਤਾ, -1 ਤੋਂ ਲੈ ਕੇ 1 ਦੇ ਵਿੱਚ ਲਾਈਕ ਕਰਦੀ ਆ, ਮਤਲਬ ਐਕਸ ਤੁਹਾਡਾ ਕਿਹਦੇ ਵਿੱਚ ਲਾਈਕ ਕਰ ਗਿਆ, ਮਾਈਨਸ ਏ ਨਾਟ ਤੋਂ ਲੈ ਕੇ ਪਲੱਸ ਦੇ ਏ ਨਾਟ ਤੱਕ। ਟੀ ਤੁਸੀਂ ਕੀ ਆ, ਜਿਹੜਾ ਮੋਸ਼ਨ ਆ ਤੁਹਾਡਾ ਪੀਰੀਅਡਿਕ ਮੋਸ਼ਨ ਆ, ਕਿਸ ਦੇ ਇਕੁਅਲ ਹੋਊਗਾ, ਟੀ 2 ਪਾਈ ਬਾਏ ਡਬਲਯੂ ਨਾਟ। ਇਹ ਤੁਸੀਂ ਯਾਦ ਰੱਖਣਾ ਗਾ, ਠੀਕ ਹੈ। ਤਾਂ ਏ ਨਾਟ ਨੂੰ ਆਪਾਂ ਐਂਪਲੀਟਿਊਡ ਕਿਹਾ ਕਰਾਂਗੇ, ਟੀ ਨੂੰ ਕੀ ਕਿਹਾ ਕਰਾਂਗੇ, ਪੀਰੀਅਡਿਕ ਕਿਹਾ ਕਰਾਂਗੇ, 1/t ਨੂੰ ਫਰੀਕੁਐਂਸੀ ਕਿਹਾ ਕਰਾਂਗੇ, ਜਿਹੜੀ ਨੈਕਸਟ ਵਾਲੀ ਟਰਮ ਆ ਉਹਨੂੰ ਫੇਸ ਕਿਹਾ ਕਰਾਂਗੇ ਹਾਰਮੋਨਿਕ ਓਸੀਲੇਸ਼ਨ ਦਾ, ਠੀਕ ਹੈ। ਇਹੀ ਤੁਹਾਡਾ ਫਸਟ ਸੈਕਿੰਡ ਆਰਟੀਕਲ ਸੀਗਾ, ਈਜ਼ੀ ਸੀਗਾ। ਇਹਦੇ 'ਚ ਜਿਹੜੀਆਂ ਵੈਲਿਊਸ ਉਹਨਾਂ ਨੇ ਲੈਟ ਕੀਤੀਆਂ ਨੇ ਉਹ ਤੁਸੀਂ ਐਜ਼ ਇਟ ਹੀ ਆਰਟੀਕਲ ਦੇ ਵਿੱਚ ਲੈਟ ਕਰਨੀ ਆ, ਆਪਦੇ ਕੋਲੋਂ ਕੋਈ ਵੈਲਿਊ ਨਹੀਂ ਲੈਟ ਕਰਨੀ ਗੀ, ਠੀਕ ਹੈ। ਨੈਕਸਟ ਇਹਦੀ ਫਸਟ ਐਗਜ਼ਾਮਪਲ ਆ, ਈਜ਼ੀ ਆ। ਇਹਦੇ ਵਿੱਚ ਦੇਖੋ ਹੌਰੀਜ਼ੌਂਟਲ ਸਪਰਿੰਗ ਦਿੱਤੀ ਹੋਈ ਹੈ, ਇਜ਼ ਫਾਊਂਡ ਟੂ ਬੀ ਦਾ ਸਟਰਕਚਰ 9 ਸੈਂਟੀਮੀਟਰ ਫਰੋਮ ਇਟਸ ਇਕੁਇਲੀਬਰੀਅਮ ਪੋਜੀਸ਼ਨ। ਪੋਜੀਸ਼ਨ ਕੀ ਆ ਤੁਹਾਡੇ ਕੋਲ, ਇਕੁਇਲੀਬਰੀਅਮ ਆ, ਇਕੁਇਲੀਬਰੀਅਮ ਕੰਡੀਸ਼ਨ ਦੇ ਵਿੱਚ ਦਿੱਤੀ ਹੋਈ ਆ, ਠੀਕ ਹੈ। ਤਾਂ ਉਦੋਂ ਬਾਅਦ ਤੁਹਾਡੇ ਕੋਲ ਫੋਰਸ ਦਿੱਤੀ ਹੋਈ ਆ, ਕਿੰਦੇ ਐਕਟ ਕਰ ਰਹੀ ਆ, ਬੋਡੀ ਦਾ ਮਾਸ ਵੀ ਦਿੱਤਾ ਹੋਇਆ ਆਪਾਂ ਨੂੰ,
ਪੁੱਲ ਕਰ ਰਹੀ ਆ 12 ਸੈਂਟੀਮੀਟਰ ਦੇ ਉੱਪਰ ਸਮੂਥ ਹੋਰੀਜ਼ੋਨਟਲ ਟੇਬਲ ਦੇ ਵਿੱਚ। ਕਹਿੰਦੇ ਜੇ ਬੋਡੀ ਨੂੰ ਰਿਲੀਜ਼ ਕਰਗੇ ਆਪਾਂ ਹਾਰਮੋਨਿਕ ਮੋਸ਼ਨ ਦੇ ਵਿੱਚ, ਦੈਨ ਤੁਸੀਂ ਆ ਤਿੰਨੇ ਵੈਲਿਊਜ਼ ਪਤਾ ਕਰਨੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਫੋਰਸ ਪਤਾ ਕਰਨੀ ਆ ਕੌਂਸਟੈਂਟ ਸਪਰਿੰਗ ਦੀ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ, ਕੰਡੀਸ਼ਨ ਤੁਹਾਨੂੰ ਇਕੁਇਲੀਬਰੀਅਮ ਦਿੱਤੀ ਸੀ। ਇਕੁਇਲੀਬਰੀਅਮ ਵੇਲੇ ਮੈਂ ਤੁਹਾਨੂੰ ਦੱਸਿਆ ਸੀਗਾ ਐਫ ਬਰਾਬਰ ਕਿਹਦੇ ਹੁੰਦਾ ਗਾ, ਕੇ ਐਕਸ ਦੇ। ਇੱਥੋਂ ਤੁਸੀਂ ਕੇ ਦੀ ਵੈਲਿਊ ਕੱਢ ਲਈ ਐਫ ਬਾਏ ਐਕਸ ਕਰਕੇ, ਉਹਦੇ 'ਚ ਐਫ ਦੀ ਵੈਲਿਊ ਪੁੱਟ ਕਰ ਦਿਓ, ਐਕਸ ਦੀ ਵੈਲਿਊ ਕਰ ਦਿਓ, ਸੋਲਵ ਕਰੋਗੇ ਆਨਸਰ ਆ ਜਾਊਗਾ। ਸਿਮੀਲਰਲੀ ਨੈਕਸਟ ਦੇ ਵਿੱਚ ਜਦੋਂ ਰਿਲੀਜ਼ ਕਰਤੀ ਫੋਰਸ, ਰਿਲੀਜ਼ ਕਰਤੀ ਤਾਂ ਤੁਸੀਂ ਐਫ ਨੂੰ ਕੇ ਐਕਸ ਦੇ ਬਰਾਬਰ ਰੱਖ ਲਓਗੇ, ਮਲਟੀਪਲਾਈ ਕਰ ਦੋਗੇ, ਸੈਕਿੰਡ ਵਾਲਾ ਕੇਸ ਆ ਜਾਊਗਾ ਆਪਣੇ ਕੋਲ। ਥਰਡ ਦੇ ਵਿੱਚ ਤੁਸੀਂ ਔਸੀਲੇਸ਼ਨ ਪਤਾ ਕਰਨੀ ਆ, ਮਤਲਬ ਟੀ ਪਤਾ ਕਰਨੀ ਆ। ਟੀ ਕਿਸ ਦੇ ਬਰਾਬਰ ਹੁੰਦਾ ਗਾ, 2π/W0। ਸਾਰਿਆਂ ਦੀਆਂ ਵੈਲਿਊਜ਼ ਪੁੱਟ ਕਰ ਦੋਗੇ, ਸੋਲਵ ਕਰ ਦੋਗੇ ਤਾਂ ਤੁਹਾਡੇ ਕੋਲੇ ਆਨਸਰ ਆ ਜਾਊਗਾ। ਠੀਕ ਹੈ, ਇਹ ਤਾਂ ਹੋ ਗਈ ਤੁਹਾਡੀ 6A। ਉਦੋਂ ਬਾਅਦ ਤੁਸੀਂ 6B ਦੀ ਫਸਟ ਐਗਜ਼ਾਮਪਲ ਪੁੱਛੀ ਸੀ, ਉਹ ਵੀ ਈਜ਼ੀ ਆ। ਦੇਖੋ ਆ ਸਿੰਪਲ ਪੈਂਡੂਲਮ 75 ਸੈਂਟੀਮੀਟਰ ਲਾਉਂਗਾ ਇਜ਼ ਫਾਊਂਡ ਟੂ ਮੇਕ 100 ਔਸੀਲੇਸ਼ਨ ਇਨ 2 ਮਿੰਟ 56 ਸੈਕਿੰਡ। ਫਾਈਂਡ ਕਰਨੀ ਹੈ ਐਸਲੇਸ਼ਨ ਡਿਊ ਟੂ ਦਾ ਗ੍ਰੈਵਿਟੀ। ਤਾਂ ਹੁਣ ਇਸ ਸਮ ਦੇ ਵਿੱਚ ਦੇਖੋ ਆਪਣਾ ਜਿਹੜਾ ਐਸੋਲੇਸ਼ਨ ਸੀ ਪੈਂਡੂਲਮ ਸੀਗਾ ਕਿੰਨੇ ਲੌਂਗ ਦਾ ਸੀਗਾ, ਮਤਲਬ ਐਲ ਦਿੱਤੀ ਹੋਈ ਆਪਾਂ ਨੂੰ 75 ਸੈਂਟੀਮੀਟਰ ਦੇ ਵਿੱਚ ਦਿੱਤੀ ਹੋਈ ਆ, ਤੁਸੀਂ ਇਹਨੂੰ ਮੀਟਰ ਦੇ ਵਿੱਚ ਚੇਂਜ ਕਰ ਲਿਆ। ਠੀਕ ਹੈ, ਪੈਂਡੂਲਮ ਹੁਣ ਆਪਣਾ ਕਿੰਨੇ ਟਾਈਮ ਦੇ ਵਿੱਚ ਔਸੀਲੇਟ ਕਰ ਰਿਹਾ ਸੀਗਾ, 2 ਮਿੰਟ 56 ਸੈਕਿੰਡ। ਤਾਂ 2 ਮਿੰਟ ਨੂੰ ਵੀ ਤੁਸੀਂ ਸੈਕਿੰਡ ਦੇ ਵਿੱਚ ਚੇਂਜ ਕਰ ਲਓਗੇ। 2 ਮਿੰਟ ਦੇ ਵਿੱਚ ਕਿੰਨੇ ਸੈਕਿੰਡ ਆ ਜਾਣਗੇ, 1 ਮਿੰਟ 'ਚ 60, ਦੂਜੇ 'ਚ ਵੀ 60, 60 ਤੇ 60 120। 120 ਦੇ ਵਿੱਚ 56 ਨੂੰ ਐਡ ਕਰ ਦੋਗੇ ਤਾਂ 176 ਤੁਹਾਡੇ ਕੋਲੇ ਸੈਕਿੰਡ ਨਿਕਲ ਆਉਣਗੇ। ਹੁਣ ਔਸੀਲੇਸ਼ਨ ਕਿੰਨੀਆਂ ਲਾ ਰਿਹਾ ਸੀ ਉਹ ਆਪਣੀਆਂ 100 ਲਾ ਰਿਹਾ ਸੀਗਾ, ਤਾਂ 1 ਔਸੀਲੇਸ਼ਨ ਕੱਢ ਲਓਗੇ। ਕਿਵੇਂ ਕੱਢੋਗੇ, ਜਿਹੜਾ ਆਪਣੇ ਕੋਲੇ ਟਾਈਮ ਆਇਆ ਸੀਗਾ 176/100 ਕਰ ਦੋਗੇ, ਕੱਟੋਗੇ ਤਾਂ ਤੁਹਾਡੇ ਕੋਲੇ ਸੈਕਿੰਡ ਦੇ ਵਿੱਚ ਔਸੀਲੇਸ਼ਨ ਨਿਕਲ ਆਊਗੀ। ਨਾਓ ਤੁਸੀਂ ਪਤਾ ਕੀ ਕਰਨਾ ਸੀਗਾ, ਐਸਲੇਸ਼ਨ ਪਤਾ ਕਰਨੀ ਸੀ ਗ੍ਰੈਵਿਟੀ ਦੀ। ਤਾਂ ਹੁਣ ਆਪਣੇ ਕੋਲੇ ਟੀ ਦਾ ਫਾਰਮੂਲਾ ਆਪਾਂ ਨੂੰ ਪਤਾ ਗਾ ਕਿਸ ਦੇ ਬਰਾਬਰ ਹੁੰਦਾ ਗਾ, 2πL/g ਦਾ ਰੂਟ। ਸਾਰਿਆਂ ਦੀਆਂ ਵੈਲਿਊਜ਼ ਪੁੱਟ ਕਰ ਦਿਓ, ਸੋਲਵ ਕਰੋਗੇ ਤਾਂ ਲਾਸਟ 'ਤੇ ਤੁਹਾਡੇ ਕੋਲ ਜੀ ਦੀ ਵੈਲਿਊ ਨਿਕਲ ਆਊਗੀ। ਠੀਕ ਹੈ, ਬਿਲਕੁਲ ਈਜ਼ੀ ਸਮ ਆ, ਕਰਕੇ ਦੇਖ ਲਿਓ ਬੇਟਾ, ਹੋ ਜਾਏਗਾ। ਠੀਕ ਹੈ, ਅਗਰ ਫਿਰ ਵੀ ਡਾਊਟ ਹੋਇਆ ਤਾਂ ਪੁੱਛ ਲਿਓ।